एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। सोए सुनंदड़ी मेरा तन मन मौला नाम जपंदड़ी लाली पंद जलंदड़ी मेरा अंदर ठंडा गुर दर्शन देख निहाली। ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी। सज्जन सच्चा पातशाहो सिर साहांदै साहो जिस पास बैठिया सोहीए सबना दा विसाहो। जिस पास बैठिया सोहीए सबना दा विसाहो। वाहिगुरु साहिब जी। कतक कर्म कमावने दोष ना काहू जोग परमेसर ते भुल्लिया व्यापन सबे रोग। कतक कर्म कमावने दोष ना काहू जोग। वाहिगुरु जी का खालसा वाहिगुरु जी की फतेह। साहिब आलम ज्ञान स्वरूप चवर छतर तख्त दे मालिक गरीब नवाज अंतरजामी धन धन सतगुरु श्री गुरु ग्रंथ साहिब सचे पातशाह जियां दी अपार बख्शिश किरपा हो रही है। जिथे संगरांद दे दिहाड़ियां नूं मुख रखदियां होयां महापुरखां दे स्थानां ते परसों रोज तो तुरकी बाणी आई तिन सगली चिंत मिटाई। दयाल पुरख मेहरवाना हर नानक साच बखाना दे महावाकां अनुसार एक श्री अखंड पाठ साहिब प्रकाश होए सन। सतगुरां दी महान बख्शिश किरपा हुई। रखे हुए श्री अखंड पाठ साहिबां दे भोग गुरु चरणां अंदर अरदास बेनती उपरंत कल युग मैं कीर्तन प्रधाना गुरमुख जपीए लाए ध्याना। तुरकी गुरबाणी दा शब्द कीर्तन आप गुरसिख माई भाई ने सतगुरां दे सन्मुख बैठ करके संगत रूप अंदर सुनना कीता है। जिथे आपां अज कतक दी संगरांद दे दिहाड़े ते हाजरियां भर रहे हाँ। इस महीने नूं
ਲੋਕਾਂ ਨੇ ਬੜਾ ਮਾੜਾ ਮੰਨਿਆ ਸੀ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਮਹੀਨਾ ਸਫਲ ਕੀਤਾ ਹੈ, ਉੱਥੇ ਗਰੀਬ ਨਵਾਜ਼ ਜੀ ਦਾ ਆਗਮਨ ਜਿਹੜਾ ਹੈ ਇਸੇ ਮਹੀਨੇ ਦੇ ਅੰਦਰ ਹੁੰਦਾ ਹੈ। ਤਾਈਓ ਭੱਟ ਸਾਹਿਬਾਨ ਲਿਖਦੇ ਨੇ, ਇੱਕ ਮਨ ਪੁਰਖ ਤੇ ਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨਲੇ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਸ਼ਬਦ ਨਿਵਾਰਨ ਸ਼ਬਦ ਸਰੇ, ਗਾਵਹਿ ਗੰਭੀਰ ਤੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਭੱਟ ਸਾਹਿਬਾਨ ਕਹਿੰਦੇ ਗੁਰੂ ਨਾਨਕ ਦੇ ਚਰਨਾਂ ਦੇ ਧਿਆਨ ਜਿਹੜੇ ਵੱਡੇ ਵੱਡੇ ਰਿਸ਼ੀ ਨੇ, ਮੁਨੀ ਨੇ, ਜੋਗੀ ਨੇ, ਪੀਰ ਨੇ, ਪੈਗੰਬਰ ਨੇ, ਉਹ ਧਾਰਦੇ ਪਏ ਨੇ। ਕਿਉਂ ਧਾਰਦੇ ਨੇ? ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ, ਪਰਮੇਸ਼ਰ ਦੇ ਅੰਦਰ ਕੋਈ ਫਰਕ ਨਹੀਂ ਸੀ। ਸਿੱਖ ਇਤਿਹਾਸ ਨੂੰ ਵਾਚੀਏ, ਸਿੱਖ ਇਤਿਹਾਸ ਨੂੰ ਪੜ੍ਹੀਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਆਗਮਨ ਹੁੰਦਾ ਹੈ, ਉਸ ਬਾਲ ਲੀਲਾ ਕਰਦੇ ਨੇ। ਗੋਪਾਲ ਪਾਂਧੇ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ, ਕਾਜੀ ਨੂੰ ਗਿਆਨ ਬਖਸ਼ਿਸ਼ ਕਰਦੇ ਨੇ, ਪੁਰੋਹਿਤ ਹਰਦਿਆਲ ਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਫਿਰ ਗਰੀਬ ਨਵਾਜ਼ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਕੋਲ ਸੁਲਤਾਨਪੁਰ ਦੀ ਧਰਤੀ ਤੇ ਆਉਂਦੇ ਨੇ। ਮਹਾਰਾਜ ਜੀ ਦਾ ਇੱਕ ਨਿਯਮ ਸੀ ਕਿ ਅੰਮ੍ਰਿਤ ਵੇਲਾ ਕਦੀ ਖਜਾਉਂਦੇ ਨਹੀਂ ਸੀ। ਤਾਈਓ ਜਪਜੀ ਸਾਹਿਬ ਅੰਦਰ ਮਹਾਰਾਜ ਕਿਰਪਾ ਕਰਦੇ ਨੇ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਗਰੀਬ ਨਵਾਜ਼ ਅੰਮ੍ਰਿਤ ਵੇਲੇ ਉੱਠ ਕਰਕੇ ਵੇਈ ਨਦੀ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। 13 ਸਾਲ ਤੋਂ ਵੱਧ ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਸ ਪਾਵਨ ਧਰਤੀ ਤੇ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸੁਨੇਹਾ ਆਉਂਦਾ ਹੈ, ਕਿਉਂਕਿ ਭਾਈ ਗੁਰਦਾਸ ਨੇ ਗਵਾਹੀ ਭਰੀ ਹੈ ਕਿ ਸਾਰੇ ਪਾਸੇ ਪਾਪ ਹੀ ਪਾਪ ਹੁੰਦੇ ਪਏ ਨੇ, ਸਾਰੇ ਪਾਸੇ ਧੁੰਦਵਾਦ ਹੈ। ਬਾਬਾ ਵੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗਵਾਰ ਹੈ ਕਰਦੀ ਸਭ ਲੁਕਾਈ। ਸਾਰੀ ਲੁਕਾਈ ਜਿਹੜੀ ਹੈ ਗੁਰੂ ਤੋਂ ਬਿਨਾਂ ਹੈ, ਗੁਰੂ ਦੇ ਨਾਮ ਤੋਂ ਬਿਨਾਂ ਹੈ। ਤੇ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਦੇ ਕੋਲ ਜਾਂਦੇ ਨੇ, ਆਪਸ ਵਿੱਚ ਵਿਚਾਰਾਂ ਹੁੰਦੀਆਂ ਨੇ। ਪਰਮਾਤਮਾ ਜੀ ਕਹਿਣ ਲੱਗੇ, ਜਿਸ ਕਾਜ ਦੇ ਵਾਸਤੇ ਤੁਹਾਨੂੰ ਮਾਤਲੋਕ ਦੀ ਧਰਤੀ ਤੇ ਭੇਜਿਆ ਹੈ ਨਾ, ਉਸ ਕਾਜ ਨੂੰ, ਉਸ ਕੰਮ ਨੂੰ ਸ਼ੁਰੂ ਕਰੋ। ਉਹ ਕੰਮ ਕਿਹੜਾ ਹੈ? ਸੰਸਾਰ ਦੇ ਅੰਦਰ ਚਾਰਾਂ ਹੀ ਦਿਸ਼ਾ ਅੰਦਰ ਵਿਚਰ ਕਰਕੇ ਆਪ ਜੀ ਨਾਮ ਦਾ ਛਿੱਟਾ ਦਿਓ। ਉਥੋਂ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਨੇ, ਤੇ ਉਹ ਮੂਲ ਮੰਤਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪ੍ਰਾਪਤ ਕੀਤਾ, ਜਿਹਨੂੰ ਆਪਾਂ ਨਿਤ ਪੜ੍ਹਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਸਾਰੇ ਹੀ ਸ਼ਬਦ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ। ਜਿਹੜਾ ਵਾਹਿਗੁਰੂ ਸੱਚਾ ਹੈ, ਜਿਸ ਨੂੰ ਕਿਸੇ ਦਾ ਭੈ ਨਹੀਂ, ਜਿਸ ਵਾਹਿਗੁਰੂ ਜੀ ਦਾ ਕਿਸੇ ਨਾਲ ਕੋਈ ਵੈਰ ਨਹੀਂ, ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ, ਕਾਲ ਤੋਂ ਰਹਿਤ ਹੈ, ਫਿਰ ਤਿੰਨਾਂ ਹੀ ਸਮਿਆਂ ਅੰਦਰ ਰਹਿਣ ਵਾਲਾ ਹੈ। ਭਾਈ ਗੁਰਦਾਸ ਕਹਿੰਦੇ, ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਇਹ ਨਾਮ ਦੀ ਦਾਤ ਬਖਸ਼ਿਸ਼ ਪ੍ਰਾਪਤ ਹੋ ਗਈ, ਬਾਬੇ ਭੇਖ ਬਣਾਇਆ, ਬਾਬਾ ਵੇਖੇ ਧਿਆਨ ਧਰ, ਜਲਤੇ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗਵਾਰ ਹੈ ਕਰਦੀ ਸਭ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਕਾਲ ਦੇ ਅੰਦਰ 4 ਉਦਾਸੀਆਂ ਕੀਤੀਆਂ ਨੇ।
ਪਹਿਲੀ ਉਦਾਸੀ ਦੀ ਜਿਹੜੀ ਆਰੰਭਤਾ ਹੈ ਉਹ ਵੀ ਸਾਧ ਸੰਗਤ ਜੀ ਸੁਲਤਾਨਪੁਰ ਦੀ ਧਰਤੀ ਤੋਂ ਹੁੰਦੀ ਹੈ। ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਐਸਾ ਨਾਮ ਦਾ ਛਿੱਟਾ ਦਿੱਤਾ ਹੈ। ਫਿਰ ਮਹਾਰਾਜ ਨੇ ਨਹੀਂ ਵੇਖਿਆ ਖੱਤਰੀ ਹੈ, ਬ੍ਰਾਹਮਣ ਹੈ, ਸੂਦ ਹੈ, ਵੈਸ ਹੈ, ਇਸਲਾਮ ਧਰਮ ਦੇ ਵਿੱਚੋਂ ਨੇ। ਸਾਰੀ ਕਾਇਨਾਤ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ। ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ। ਇਸੇ ਤਰ੍ਹਾਂ ਗਰੀਬ ਨਵਾਜ਼ ਕਹਿੰਦੇ ਭਾਈ ਇਸ ਮਹੀਨੇ ਨੂੰ ਬ੍ਰਾਹਮਣ ਲੋਕਾਂ ਨੇ ਬੜਾ ਮਾੜਾ ਮੰਨਿਆ ਸੀ, ਪਰ ਇਸ ਮਹੀਨੇ ਨੂੰ ਜਿੱਥੇ ਗਰੀਬ ਨਵਾਜ਼ ਨੇ ਪਵਿੱਤਰ ਕੀਤਾ, ਸਫਲ ਕੀਤਾ, ਗਰੀਬ ਨਵਾਜ਼ ਜੀ ਦਾ ਆਗਮਨ ਹੁੰਦਾ ਹੈ, ਉੱਥੇ ਹੁਣ ਗਰੀਬ ਨਵਾਜ਼ ਸਾਨੂੰ ਇਹ ਦੱਸਦੇ ਨੇ ਕਿ ਕੱਤੇ ਦੇ ਮਹੀਨੇ ਅੰਦਰ ਕਿਹੜੇ ਕਰਮ ਕਰਨੇ ਚਾਹੀਦੇ। ਸਾਡੇ ਵਿਦਵਾਨਾਂ ਨੇ 2 ਪ੍ਰਕਾਰ ਦੇ ਕਰਮ ਮੰਨੇ ਨੇ, ਇੱਕ ਹੈ ਵਿਹਿਤ ਕਰਮ, ਇੱਕ ਅਵਹਿਤ ਕਰਮ। ਵਿਹਿਤ ਕਰਮ ਜਿਹੜੇ ਨੇ ਅੱਗੇ ਜਾ ਕੇ 5 ਪ੍ਰਕਾਰ ਦੇ ਹੁੰਦੇ ਨੇ। ਇੱਕ ਹੈ ਨਿਤ ਕਰਮ, ਜੋ ਗੁਰੂ ਕਾ ਸਿੱਖ ਨਿਤ ਕਰਦਾ ਹੈ, ਜਿਸ ਨੂੰ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬੈਠਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਅਖੀਰ ਵਿੱਚ ਕਿਰਪਾ ਕਰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਭਾਈ ਗੁਰਦਾਸ ਲਿਖਦੇ ਨੇ, ਹਉ ਤਿਸ ਘੋਲ ਕਮਾਇਆ, ਥੋੜਾ ਸਵੈ ਥੋੜਾ ਹੀ ਖਾਵੈ। ਫਿਰ ਭਾਈ ਗੁਰਦਾਸ ਕਹਿੰਦੇ, ਹਉ ਤਿਸ ਘੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਗਰੀਬੀ ਚੀਜ਼ ਕੀ ਹੈ? ਨਿਮਰਤਾ ਨੂੰ ਕਿਹਾ ਹੈ। ਜਿਸ ਗੁਰਸਿੱਖ ਮਾਈ ਭਾਈ ਦੇ ਹਿਰਦੇ ਅੰਦਰ ਨਿਮਰਤਾ ਆ ਜਾਂਦੀ ਹੈ ਨਾ, ਭਾਈ ਗੁਰਦਾਸ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ। ਇਹ ਨਿਮਰਤਾ ਆਵੇਗੀ ਕਿੱਥੋਂ? ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇਗਾ, ਬਾਣੀ ਪੜ੍ਹੇਗਾ, ਬਾਣੀ ਨੂੰ ਹਿਰਦੇ ਦੇ ਅੰਦਰ ਵਸਾਵੇਗਾ। ਜਿੰਨਾ ਚਿਰ ਬਾਣੀ ਹਿਰਦੇ ਦੇ ਅੰਦਰ ਵਸੇਗੀ ਨਹੀਂ, ਉਹਨਾਂ ਚਿਰ ਸ਼ਾਂਤੀ ਨਹੀਂ ਮਿਲੇਗੀ। ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਰਾਜ ਤੇ ਪਏ ਨੇ। ਬੇਅੰਤ ਗੁਰਸਿੱਖ ਮਾਈ ਭਾਈ ਤੇ ਹਾਜ਼ਰੀਆਂ ਭਰਦੇ ਨੇ। ਇਹ ਦਿਨ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਬਾਣੀ ਤਾਂ ਨਿਤ ਪੜ੍ਹਦੇ ਹਾਂ, ਪਰ ਸਾਨੂੰ ਬਾਣੀ ਦੇ ਵਿੱਚੋਂ ਆਨੰਦ ਨਹੀਂ ਆਉਂਦਾ। ਉਸ ਦਿਨ ਕਲਗੀਧਰ ਪਿਤਾ ਮਹਾਰਾਜ ਨੇ ਸਿੰਘਾਂ ਨੂੰ ਟਾਲਿਆ ਹੈ। ਕੁਝ ਦਿਨਾਂ ਬਾਅਦ ਮਹਾਰਾਜ ਨੇ ਸਾਰੇ ਸਿੰਘਾਂ ਨੂੰ ਇਕੱਠਿਆਂ ਕੀਤਾ ਹੈ, ਕਿਹਾ ਭਾਈਆ ਸ਼ਰਧਾਈ ਲਓ, ਬਦਾਮ ਲਓ ਤੇ ਸਾਰੇ ਰਗੜਾ ਤਿਆਰ ਕਰੋ। ਸਿੰਘ ਬੜੇ ਖੁਸ਼ ਹੋਏ, ਰਗੜਾ ਤਿਆਰ ਹੋ ਗਿਆ। ਮਹਾਰਾਜ ਜੀ ਦੇ ਸਨਮੁਖ ਲਿਆਂਦਾ। ਮਹਾਰਾਜ ਜੀ ਆਪ ਜੀ ਛਕੋ। ਮਹਾਰਾਜ ਕਹਿੰਦੇ ਮੈਂ ਨਹੀਂ ਛਕਣਾ, ਛਕਣਾ ਵੀ ਤੁਸੀਂ ਹੈ। ਤੁਹਾਡੇ ਪ੍ਰਸ਼ਨ ਦਾ ਜਵਾਬ ਅਸੀਂ ਦੇਣਾ ਹੈ ਕਿ ਅਸੀਂ ਬਾਣੀ ਪੜ੍ਹਦੇ ਆ, ਸਾਨੂੰ ਆਨੰਦ ਨਹੀਂ ਆਉਂਦਾ। ਮਹਾਰਾਜ ਕਹਿੰਦੇ ਤੁਸੀਂ ਸਾਰਿਆਂ ਨੇ ਸ਼ਰਧਾਈ ਪੀਣੀ ਨਹੀਂ, ਕੁਰਲੀਆਂ ਕਰਕੇ ਬਾਹਰ ਸੁੱਟੀ ਜਾਣੀ ਹੈ। ਸਾਰੇ ਸਿੰਘਾਂ ਨੇ ਉਸੇ ਤਰ੍ਹਾਂ ਕੀਤਾ। ਮਹਾਰਾਜ ਕਹਿੰਦੇ ਆਨੰਦ ਆਇਆ। ਕਹਿਣ ਲੱਗੇ ਮਹਾਰਾਜ ਆਨੰਦ ਕੀ ਆਉਣਾ ਹੈ, ਅੰਦਰ ਤਾਂ ਗਿਆ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਾਣੀ ਨੂੰ ਹਿਰਦੇ ਦੇ ਅੰਦਰ ਵਸਾਓ। ਤੁਹਾਡੇ ਬਾਣੀ ਅਜੇ ਕੇਵਲ ਕੰਠ ਦੇ ਅੰਦਰ ਨਹੀਂ ਗਈ, ਬਾਹਰ ਹੀ ਹੈ। ਜਦੋਂ ਗੁਰਬਾਣੀ ਅੰਦਰ ਚਲੇ ਜਾਵੇਗੀ ਤੁਹਾਨੂੰ ਆਨੰਦ ਆਵੇਗਾ। ਫਿਰ ਐਸਾ ਆਨੰਦ ਆਵੇਗਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਦੁਨੀਆ ਦੇ ਲੋਕ ਪਦਾਰਥਾਂ ਨੂੰ ਛਕ ਕਰਕੇ, ਵਿਕਾਰਾਂ ਨੂੰ ਭੋਗ ਕਰਕੇ, ਨਸ਼ੇ ਵਾਲੇ ਲੋਕ ਨਸ਼ਾ ਕਰਕੇ ਕਹਿੰਦੇ ਬੜਾ ਆਨੰਦ ਆਇਆ ਹੈ। ਤੇ ਵਿਦਵਾਨ ਲਿਖਦੇ ਨੇ ਜਿਹੜੇ ਨਾਮ ਦੇ ਰਸੀਏ ਨੇ ਉਹਨਾਂ ਨੂੰ ਬ੍ਰਹਮਾਨੰਦ ਵਿੱਚੋਂ ਆਨੰਦ ਆਉਂਦਾ ਹੈ। ਉਹ ਆਨੰਦ ਬਾਬਾ ਫਰੀਦ ਸਾਹਿਬ ਨੂੰ ਆਇਆ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਬਾਬਾ ਫਰੀਦ ਸਾਹਿਬ ਕਹਿੰਦੇ ਦੁਨੀਆ ਦੇ ਪਦਾਰਥ ਮਿੱਠੇ ਹੋ ਸਕਦੇ ਨੇ, ਕੋਈ ਸ਼ੱਕ ਨਹੀਂ, ਪਰ ਨਾਮ ਰੂਪੀ ਐਸੀ ਵਸਤੂ ਹੈ, ਉਹਦੇ ਸਦਰਸ਼ ਕੋਈ ਚੀਜ਼ ਮਿੱਠੀ ਨਹੀਂ ਹੈ। ਜਿਹਦੇ ਹਿਰਦੇ ਦੇ ਅੰਦਰ ਬਾਣੀ ਵਸ ਗਈ ਉਹ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਨੇ। ਉਹ ਬਾਣੀ ਵਸੀ ਹੈ ਭਾਈ ਮਤੀ ਦਾਸ ਦੇ ਹਿਰਦੇ ਅੰਦਰ।
ਔਰੰਗਜ਼ੇਬ ਤਖਤ ਦਾ ਬਾਦਸ਼ਾਹ ਹੈ। ਹਿੰਦੂ ਧਰਮ ਦੇ ਤਿਲਕ ਤੇ ਜੰਜੂ ਦੀ ਰੱਖਿਆ ਵਾਸਤੇ ਤਿਆਗ ਤੇ ਵੈਰਾਗ ਦੀ ਮੂਰਤ, ਜਿਨ੍ਹਾਂ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਗੁਰੂ ਤੇਗ ਬਹਾਦਰ ਸਿਮਰਿਐ ਕਰਨੌ ਨਿਧ ਆਵੈ ਤਾਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਸਮੇਤ ਦਿੱਲੀ ਪਹੁੰਚਦੇ ਨੇ। ਵਿਚਾਰ ਲੰਬੇਰੀ ਹੈ, ਮੈਂ ਟੂਕ ਮਾਤਰ ਬੇਨਤੀ ਕਰਾਂ। ਸਭ ਤੋਂ ਪਹਿਲਾਂ ਜਿਹੜਾ ਫਤਵਾ ਹੈ ਉਹ ਭਾਈ ਮਤੀ ਦਾਸ ਤੇ ਲੱਗਿਆ ਹੈ ਕਿ ਫਟਿਆਂ ਦੇ ਵਿੱਚ ਜਕੜ ਕਰਕੇ ਸਰੀਰ ਦੇ 2 ਫਾੜ ਕੀਤੇ ਜਾਣ। ਗੁਰੂ ਕੇ ਸਿੱਖ ਨੂੰ ਕਿਹਾ ਗਿਆ, ਭਾਈ ਮਤੀ ਦਾਸ ਨੂੰ, ਕਿ ਤੈਨੂੰ ਜ਼ਗੀਰਾ ਦੇ ਦਿੰਨੇ, ਵੱਡੇ ਅਹੁਦੇ ਦੇ ਦਿੰਨੇ ਹਾਂ। ਜੇ ਤੇ ਭਾਈ ਮਤੀ ਦਾਸ ਦੇ ਬਾਣੀ ਗਲੇ ਦੇ ਵਿੱਚ ਹੁੰਦੀ, ਸ਼ਾਇਦ ਕੋਈ ਅਹੁਦਾ ਲੈ ਲੈਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਐਸੀ ਕਿਰਪਾ ਹੈ, ਗੁਰਬਾਣੀ ਹਿਰਦੇ ਦੇ ਅੰਦਰ ਗਈ ਹੋਈ ਹੈ, ਰੋਮ ਰੋਮ ਦੇ ਅੰਦਰ ਗੁਰਬਾਣੀ ਵਸੀ ਹੋਈ ਹੈ। ਕਹਿਣ ਲੱਗਾ, ਮੈਂ ਗੁਰੂ ਕਾ ਦੀਵਾਨ ਰਿਹਾ ਹਾਂ, ਦੁਨੀਆ ਦੇ ਹਰੇਕ ਸੁੱਖ ਨੂੰ ਮਾਣਿਆ ਹੈ। ਕਹਿਣ ਲੱਗੇ, ਇਸਲਾਮ ਨੂੰ ਕਬੂਲ ਕਰ ਲਾ। ਕਹਿਣ ਲੱਗਾ, ਨਹੀਂ, ਮੈਂ ਇਸਲਾਮ ਕਬੂਲ ਨਹੀਂ ਕਰਾਂਗਾ, ਮੈਨੂੰ ਮੌਤ ਪ੍ਰਵਾਨ ਹੈ। ਅਖੀਰ ਭਾਈ ਮਤੀ ਦਾਸ ਨੂੰ ਪੁੱਛਿਆ ਗਿਆ, ਤੁਹਾਡੀ ਅਖੀਰਲੀ ਇੱਛਾ ਕੀ ਹੈ? ਭਾਈ ਸਾਹਿਬ ਕਹਿਣ ਲੱਗੇ, ਜਿਹੜੇ ਪਾਸੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਪਿੰਜਰਾ ਹੈ ਨਾ, ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਇੱਥੇ ਮੈਂ ਛੋਟੀ ਜਿਹੀ ਉਦਾਹਰਨ ਦੇਵਾਂ। ਸਾਡੇ ਬੱਚੇ ਸਕੂਲਾਂ ਅੰਦਰ, ਅਕੈਡਮੀਆਂ ਅੰਦਰ, ਯੂਨੀਵਰਸਿਟੀਆਂ ਅੰਦਰ ਪੜ੍ਹਦੇ ਨੇ। ਜਿਹੜਾ ਬੱਚਾ ਚੰਗੇ ਨੰਬਰ ਲਵੇ, ਚਾਹੇ ਉਹ ਬੱਚਾ ਹੈ ਚਾਹੇ ਉਹ ਬੱਚੀ ਹੈ, ਉਹਨੂੰ ਪੜ੍ਹਾਉਣ ਵਾਲੇ ਜਿਹੜੇ ਮਾਸਟਰ ਨੇ ਬੜੇ ਖੁਸ਼ ਹੁੰਦੇ ਨੇ ਕਿ ਇਸ ਬੱਚੇ ਨੇ ਸਾਡੀ ਵਿੱਦਿਆ ਜਿਹੜੀ ਹੈ ਸਫਲ ਕੀਤੀ ਹੈ। ਤੇ ਜਿਸ ਵਕਤ ਗੁਰੂ ਕੇ ਲਾਲ ਦਾ ਚਿਹਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਕੀਤਾ ਗਿਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ ਨੇ। ਅੱਜ ਸਿੱਖੀ ਦੇ ਸਕੂਲ ਦੇ ਵਿੱਚੋਂ ਭਾਈ ਸਾਹਿਬ ਭਾਈ ਮਤੀ ਦਾਸ ਪੂਰੇ ਨਿਕਲਦੇ ਪਏ ਨੇ, ਪਾਸ ਹੁੰਦੇ ਪਏ ਨੇ। ਮਹਾਰਾਜ ਜੀ ਵੱਲ ਚਿਹਰਾ ਕੀਤਾ, ਅੱਗੋਂ ਆਵਾਜ਼ ਆਈ, ਗੁਰੂ ਕੇ ਲਾਲ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਭਾਈ ਸਾਹਿਬ ਭਾਈ ਮਤੀ ਦਾਸ ਕੀ ਕਹਿੰਦੇ ਨੇ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੰਦਰ ਦਾ ਟਿਕਾ ਬਖਸ਼। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਮੈਨੂੰ ਸੀਸ ਦੀ ਪਰਵਾਹ ਨਹੀਂ, ਮੈਨੂੰ ਸਰੀਰ ਦੀ ਪਰਵਾਹ ਨਹੀਂ, ਮੈਂ ਸਿੱਖੀ ਤੋਂ ਡੋਲਾ ਨਾ। ਜਲਾਦ ਫਿਰ ਕਹਿਣ ਲੱਗੇ, ਜੇ ਕੁਝ ਵਿਗੜਿਆ ਨਹੀਂ। ਉਹਨਾਂ ਨੇ ਸੀਸ ਤੇ ਆਰਾ ਚਲਾਇਆ ਤੇ ਗੁਰੂ ਕਾ ਸਿੱਖ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਪਿਆ ਹੈ। ਭਾਈ ਸਾਹਿਬ ਪਹੁੰਚੇ ਨੇ, ਪੰਜ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਤਿਹਾਨ। ਸਰੀਰ ਦੇ 2 ਫਾੜ ਹੋ ਗਏ ਨੇ। ਉੱਥੇ ਬਹੁਤ ਲੋਕ ਇਸ ਕੌਤਕ ਨੂੰ ਵੇਖਦੇ ਪਏ ਨੇ। ਲੋਕਾਂ ਦੇ ਅੱਖਾਂ ਦੇ ਵਿੱਚੋਂ ਅਥਰੂ ਨੇ ਕਿ ਗੁਰੂ ਕਾ ਸਿੱਖ ਤਨ ਹੈ, ਆਪਣੀ ਜੀਭਾਂ ਤੋਂ ਸੀ ਸ਼ਬਦ ਵੀ ਨਹੀਂ ਕਿਹਾ ਹੈ। ਦੂਸਰਾ ਕੌਤਕ ਕੀ ਹੈ? ਦੋਨਾਂ ਫਾੜਾਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਪਈ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਬਾਣੀ ਵਸ ਜਾਂਦੀ ਹੈ। ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋਇਆ। ਭਾਈ ਸਾਹਿਬ ਪਹੁੰਚ ਗਏ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ। ਨਾਮ ਜਪਣ ਵਾਲੇ ਆਪ ਵੀ ਤਰਦੇ ਨੇ, ਉਹਨਾਂ ਦੀ ਸੰਗਤ ਕਰਕੇ ਦੁਨੀਆ ਦੇ ਬੜੇ ਲੋਕ ਸੰਸਾਰ ਦੇ ਬੰਧਨਾਂ ਤੋਂ ਸਾਧ ਸੰਗਤ ਜੀ ਛੁੱਟ ਜਾਂਦੇ ਨੇ। ਐਸਾ ਆਨੰਦ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਆ ਸਕਦਾ ਹੈ। ਰਹੋ ਵਿਚਾਰ। ਆਪਾਂ ਵਿਹਿਤ ਕਰਮਾਂ ਦਾ ਜ਼ਿਕਰ ਕਰਦੇ ਪਏ ਸੀ। ਅੱਗੇ ਜਾ ਕੇ 5 ਪ੍ਰਕਾਰ ਦੇ ਹੁੰਦੇ ਨੇ। ਪਹਿਲਾ ਹੈ ਨਿਤ ਕਰਮ, ਜੋ ਗੁਰ ਕਾ ਸਿੱਖ ਨਿਤਾ ਪ੍ਰਤੀ ਕਰਦਾ ਹੈ। ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਮਹਾਰਾਜ ਜੀ ਦੇ ਦਰਬਾਰ ਅੰਦਰ ਆਉਂਦਾ ਹੈ, ਦਰਸ਼ਨ ਕਰਦਾ ਹੈ, ਗੁਰੂ ਕੀ ਸੰਗਤ ਕਰਦਾ ਹੈ, ਸਮਾਂ ਮਿਲਦਾ ਹੈ ਗੁਰਸਿੱਖਾਂ ਦੀ ਸੇਵਾ ਵੀ ਕਰਦਾ ਹੈ।
ਭਾਈ ਗੁਰਦਾਸ ਦੇ ਬਚਨ ਨੇ, ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ ਸਮਝ ਸਮਝੇਹੀ। ਫਿਰ ਭਾਈ ਗੁਰਦਾਸ ਕਹਿੰਦੇ ਉਹਨਾਂ ਗੁਰੂ ਕੇ ਸਿੱਖਾਂ ਦਾ ਜੀਵਨ ਵੀ ਸਫਲ ਹੈ ਜਿਹੜੇ ਗੁਰੂ ਕੇ ਲੰਗਰਾਂ ਦੇ ਵਾਸਤੇ ਪਾਣੀ ਢਾਉਂਦੇ ਨੇ, ਆਈ ਹੋਈ ਗੁਰੂ ਕੀ ਸੰਗਤ ਵਾਸਤੇ ਜਲ ਲੈ ਕੇ ਆਉਂਦੇ ਨੇ, ਗੁਰਬਾਣੀ ਦੀਆਂ ਪੋਥੀਆਂ ਲਿਖਦੇ ਨੇ, ਸਮਾਂ ਮਿਲਦਾ ਹੈ ਰਬਾਬ 'ਚ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ। ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਬਜਾਵੇ, ਗੁਰ ਭਾਈ ਸੰਤੁਸ਼ਟ ਕਰ, ਗੁਰਸਿੱਖਾਂ ਨੂੰ ਬਹੁਤ ਖੁਸ਼ ਕਰਦੇ ਨੇ। ਇਹ ਹੈ ਨਿਤ ਕਰਮ। ਦੂਸਰੇ ਨੇ ਨਿਮਿਤ ਕਰਮ। ਕਿਸੇ ਕਾਮਨਾ ਨੂੰ ਮੁੱਖ ਰੱਖ ਕੇ ਕੀਤਾ ਜਾਵੇ। ਅਖੰਡ ਪਾਠ ਸਾਹਿਬ ਕਰਾ ਲਿਆ, ਸਹਿਜ ਪਾਠ ਕਰਾ ਲਿਆ, ਗੁਰਬਾਣੀ ਦਾ ਜਾਪ ਕਰਾ ਲਿਆ। ਇਸ ਤੋਂ ਅੱਗੇ ਨੇ ਨਿਸ਼ਕਾਮ ਕਰਮ। ਕੇਵਲ ਤੇ ਕੇਵਲ ਗੁਰੂ ਦੀ ਖੁਸ਼ੀ ਲੈਣੀ, ਹੋਰ ਕਿਸੇ ਪਦਾਰਥ ਦੀ ਇੱਛਾ ਨਹੀਂ। ਸੇਵਾ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਐਸੀ ਸੇਵਾ ਕਰਨੀ ਕਿ ਗੁਰੂ ਖੁਸ਼ ਹੋ ਜਾਵੇ, ਗੁਰੂ ਟੁੱਟ ਪਵੇ। ਉਹ ਸੇਵਾ ਕੀਤੀ ਭਾਈ ਬਹਿਲੋ ਨੇ, ਉਹ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਨੇ, ਉਹ ਸੇਵਾ ਕੀਤੀ ਭਾਈ ਗੁਰਦਾਸ ਨੇ। ਬੇਅੰਤ ਗੁਰੂ ਕੇ ਸਿੱਖਾਂ ਦਾ ਨਾਮ ਇਤਿਹਾਸ ਅੰਦਰ ਆਉਂਦਾ ਹੈ, ਜਿਨ੍ਹਾਂ ਨੇ ਕੇਵਲ ਗੁਰੂ ਦੀ ਖੁਸ਼ੀ ਵਾਸਤੇ, ਭਾਈ ਮਹਾਂ ਸਿੰਘ ਵਰਗਿਆਂ ਨੇ ਬਹੁਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੁੱਠੇ ਸਨ। ਮਾਲਵੇ ਦੀ ਧਰਤੀ, ਇਹ ਮੇਰਾ 5 ਹਜ਼ਾਰੀ, ਇਹ ਮੇਰਾ 20 ਹਜ਼ਾਰੀ, ਇਹ ਮੇਰਾ 30 ਹਜ਼ਾਰੀ। ਇਹ ਮਹਾਨ ਵਰ ਵੀ ਮੁਕਤਸਰ ਦੀ ਪਾਕ ਧਰਤੀ ਤੇ ਉਹਨਾਂ ਸਿੰਘਾਂ ਨੂੰ ਦਿੱਤੇ ਸਨ ਜਿਹੜੇ ਗੁਰੂ ਦੇ ਬਣ ਗਏ ਸਨ, ਜਿਨ੍ਹਾਂ ਨੇ ਗੁਰੂ ਦੇ ਵਾਸਤੇ, ਗੁਰੂ ਦੀ ਆਨ ਤੇ ਸ਼ਾਨ ਦੇ ਵਾਸਤੇ ਸ਼ਹਾਦਤਾਂ ਦੇ ਜਾਮ ਪੀਤੇ। ਭਾਈ ਮਹਾਂ ਸਿੰਘ ਦੇ ਕੋਲ ਗਏ, ਮਹਾਰਾਜ ਸਾਹਿਬ ਕਹਿਣ ਲੱਗੇ, ਗੁਰੂ ਕੇ ਸਿੱਖਾ, ਤੈਨੂੰ ਦੁਨੀਆ ਦਾ ਰਾਜ ਬਖਸ਼ ਦਈਏ? ਕਹਿਣ ਲੱਗਾ, ਮਹਾਰਾਜ ਨਹੀਂ, ਭਾਈ ਜੀ ਸਹਿਕਦੇ ਪਏ ਨੇ, ਪ੍ਰਲੋਕ ਦਾ ਰਾਜ ਬਖਸ਼ ਦਈਏ? ਭਾਈ ਮਹਾਂ ਸਿੰਘ ਕਹਿਣ ਲੱਗੇ, ਮਹਾਰਾਜ ਜੇ ਤੁੱਠੇ ਹੋ, ਕਿਰਪਾ ਕਰਕੇ ਬਦਾਵਾ ਪਾੜ ਦਿਓ। ਮਹਾਰਾਜ ਕਹਿੰਦੇ, ਤੂੰ ਮਾਝੇ ਦੀ ਸਿੱਖੀ ਤੋਂ ਕੀ ਲੈਣਾ, ਤੈਨੂੰ ਰਾਜ ਬਖਸ਼ ਦਿੰਨੇ ਹਾਂ। ਕਹਿਣ ਲੱਗਾ, ਮਹਾਰਾਜ ਨਹੀਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਲੇ। ਮੈਨੂੰ ਰਾਜ ਦੀ ਲੋੜ ਨਹੀਂ, ਮੈਨੂੰ ਮੁਕਤੀ ਦੀ ਲੋੜ ਨਹੀਂ। ਮਹਾਰਾਜ ਜੇ ਤੁੱਠੇ ਹੋ, ਕਿਰਪਾ ਕਰਕੇ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ ਦਿਓ, ਪਿਆਰ ਬਖਸ਼ ਦਿਓ। ਇਹ ਹੈ ਨਿਸ਼ਕਾਮ ਕਰਮ। ਇੱਕ ਹੈ ਪ੍ਰਾਚਿਤ ਕਰਮ। ਉਹ ਕਰਮ ਕੋਈ ਗ੍ਰਹਿਤ ਹੋ ਜਾਵੇ, ਪਾਪ ਕਰਮ ਹੋ ਜਾਵੇ, ਪੰਜਿਆਂ ਪਿਆਰਿਆਂ ਦੇ ਪੇਸ਼ ਹੋ ਕੇ ਫਿਰ ਉਹ ਸੇਵਾ ਨਿਭਾਉਣੀ, ਪੁੰਨ ਦਾਨ ਕਰਨਾ, ਉਸਨੂੰ ਪ੍ਰਾਚਿਤ ਕਰਮ ਕਹੇ ਜਾਂਦੇ ਨੇ। ਇਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ। ਕੱਤਕ ਕਰਮ ਕਮਾਵਣੇ, ਭਾਈ ਕੱਤੇ ਦੇ ਮਹੀਨੇ ਦੁਆਰਾ ਬਖਸ਼ਿਸ਼ ਕਰਦੇ ਨੇ, ਫਰਮਾਉਂਦੇ ਨੇ। ਕਰਮ ਨਾਮ ਹੈ ਕਰਮਾਂ ਦਾ। ਆਪਾਂ ਵਿਹਿਤ ਕਰਮਾਂ ਦਾ ਜ਼ਿਕਰ ਕੀਤਾ, ਨਿਤ ਕਰਮਾਂ ਦਾ ਜ਼ਿਕਰ ਕੀਤਾ, ਨਿਮਿਤ ਕਰਮਾਂ ਦਾ ਜ਼ਿਕਰ ਕੀਤਾ, ਪ੍ਰਾਚਿਤ ਕਰਮਾਂ ਦਾ ਜ਼ਿਕਰ ਕੀਤਾ। ਗੁਰੂ ਕਾ ਸਿੱਖ ਜਿਹੜਾ ਹੈ ਸ਼ੁਭ ਕਰਮਾਂ ਨੂੰ ਕਰਨਾ ਕਰੇ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਕਿ ਗੁਰੂ ਕਾ ਸਿੱਖ ਜਿਹੜਾ ਸ਼ੁਭ ਕਰਮਾਂ ਕਰਨ ਲੱਗਿਆਂ ਕਦੀ ਦੇਰੀ ਨਾ ਲਾਵੇ। ਸ਼ੁਭ ਕਰਮ ਕਿਹੜੇ ਨੇ? ਗੁਰੂ ਦੇ ਉਪਦੇਸ਼ ਨੂੰ ਪਹਿਲਾਂ ਸੁਣਨਾ, ਫਿਰ ਉਹਨੂੰ ਮੰਨਣਾ ਤੇ ਮਨ ਕਰਕੇ ਕਮਾਈ ਕਰਨੀ। ਐਸੇ ਕਰਮ ਮਹਾਰਾਜ ਕਹਿੰਦੇ ਕਰ, ਐਸੇ ਮਾਰਗ ਤੇ ਚੱਲ, ਕੁੱਲ ਦੁਨੀਆ ਦੇ ਲੋਕ ਤੇਰੀ ਵਡਿਆਈ ਕਰਨ। ਫਿਰ ਦੁਨੀਆ ਨੂੰ ਕਹਿਣ ਦੀ ਲੋੜ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਹਾਨ ਨਾਮ ਸਭ ਵਿਲਦਾ ਆ ਜਾਂਦਾ ਹੈ। ਜਿਹੜੇ ਸੱਚੇ ਮਾਰਗ ਤੇ ਚੱਲਦੇ ਨੇ, ਚੰਗੇ ਕਰਮਾਂ ਨੂੰ ਕਰਦੇ ਨੇ। ਤੇ ਗਰੀਬ ਨਵਾਜ਼ ਕਹਿੰਦੇ, ਭਾਈ ਕੱਤਕ ਦੇ ਮਹੀਨੇ ਅੰਦਰ ਸ਼ੁਭ ਕਰਮਾਂ ਨੂੰ, ਚੰਗੇ ਕਰਮਾਂ ਨੂੰ ਕਮਾਉਣੇ ਨਾਮ ਕਮਾਉਣਾ ਕਰ, ਦੋਸ ਨਾ ਕਾਹੂ ਜੋਗ। ਫਿਰ ਗਰੀਬ ਨਵਾਜ਼ ਕਹਿੰਦੇ, ਸਮੇਂ ਦੇ ਅਨੁਸਾਰ ਤੂੰ ਚੰਗੇ ਕਰਮ ਕਰਦਾ ਪਿਆ ਹੈ, ਤੇਰੇ ਤੇ ਦੁੱਖ ਆ ਜਾਵੇ, ਤੇਰੇ ਤੇ ਤਕਲੀਫ ਆ ਜਾਵੇ, ਤੇ ਉਹਨਾਂ ਤਕਲੀਫਾਂ ਦਾ, ਉਸ ਦੁੱਖ ਦਾ ਦੋਸ਼ ਜਿਹੜਾ ਹੈ, ਕਾਹੂ ਜੋ, ਕਿਸੇ ਨੂੰ ਦੇਣਾ ਨਾ ਕਰ। ਇਸ ਤਰ੍ਹਾਂ ਕਹਿ
ਤੱਦਾ ਦੋਸ ਨ ਦੇਉ ਕਿਸੈ ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰਜਨਾ। ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ। ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ। ਜੇ ਤੇਰੇ ਕਰਮਾਂ ਦੇ ਅੰਦਰ ਤੇਰੇ ਪਾਸੋਂ ਕੋਈ ਪਾਪ ਕਰਮ ਹੋ ਚੁੱਕਿਆ ਹੈ ਨਾ, ਜਾਂ ਤੇਰੇ ਪਾਸੋਂ ਕੋਈ ਬੁਰਾ ਕਰਮ ਹੋ ਚੁੱਕਿਆ ਹੈ, ਤੇਰੇ ਤੇ ਦੁੱਖ ਆ ਗਈ, ਤਕਲੀਫ ਆ ਗਈ, ਇਹ ਤੇਰੇ ਕਰਮਾਂ ਦੀ ਖੇਡ ਹੈ। ਦੋਸ਼ ਨਾ ਕਾਹੂ ਜੋਗ, ਕਿਸੇ ਹੋਰ ਨੂੰ ਇਹ ਦੋਸ਼ ਨਾ ਦੇਣਾ ਕਰ, ਇਹ ਤੇਰੇ ਸਾਰੇ ਕਰਮਾਂ ਦੀ ਖੇਡ ਹੈ। ਪਰਮੇਸ਼ਰ ਤੇ ਭੁੱਲਿਆ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਦੋਸ਼ ਲੱਗਦੇ ਨੇ, ਕਿਉਂ ਮਨੁੱਖ ਤੇ ਦੁੱਖ ਆਉਂਦਾ ਹੈ? ਪਰਮੇਸ਼ਰ ਤੇ ਭੁੱਲਿਆ। ਕਹਿੰਦੇ ਪਰਮੇਸ਼ਰ ਨੂੰ ਭੁੱਲਣ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਵਿਆਪਨ ਸਭੇ ਰੋਗ, ਜਿਹੜੇ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੰਦੇ ਨੇ, ਵਿਆਪਨ ਸਭੇ ਰੋਗ, ਰੋਗ ਨਾਮ ਹੈ ਦੁੱਖਾਂ ਦਾ। ਜਿੰਨੇ ਕਹਿੰਦੇ ਦੁਨੀਆ ਦੇ ਰੋਗ ਨੇ, ਦੁਨੀਆ ਦੇ ਦੁੱਖ ਨੇ, ਨਾਮ ਨੂੰ ਭੁੱਲਣ ਕਰਕੇ ਆਣ ਕੇ ਸਾਰੇ ਹੀ ਚਿੰਬੜ ਜਾਂਦੇ ਨੇ। ਇੱਕ ਦੁੱਖ ਸਖਤ ਵਾਰ ਜਮਦੂਤ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਦੁੱਖ ਜਿਹੜਾ ਜਨਮ ਤੇ ਮਰਨ ਦਾ ਹੈ। ਜਨਮ ਤੇ ਮਰਨ ਦਾ ਦੁੱਖ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਵਾਰ-ਵਾਰ ਸਮਝਾਉਂਦੇ ਨੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆਇਓ ਪੜਨ ਸੁਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਮਹਾਰਾਜ ਤੇ ਵਾਰ-ਵਾਰ ਸਮਝਾਉਂਦੇ ਨੇ, ਭਾਈ ਤੂੰ ਲੈਣ ਕੀ ਆਇਆ ਸੀ, ਕਰਦਾ ਕੀ ਪਿਆ ਹੈ? ਤੂੰ ਸੰਸਾਰ ਦੇ ਅੰਦਰ ਲਾਭ ਲੈਣ ਵਾਸਤੇ ਆਇਆ ਸੀ। ਆਇਓ ਲਾਭ ਲਾਭਣ ਕਹਿ ਤਾਈ, ਇਹ ਵੀ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ। ਫਿਰ ਕਿਤੇ ਮਹਾਰਾਜ ਨੇ ਜੀਵ ਨੂੰ ਵਣਜਾਰਾ ਵੀ ਕਿਹਾ ਹੈ ਕਿ ਜੀਵ ਵਣਜਾਰਾ ਸੰਸਾਰ ਤੇ ਵਣਜ ਕਰਨ ਵਾਸਤੇ ਆਇਆ ਸੀ। ਉਹ ਵਣਜ ਕਿਹੜਾ ਹੈ? ਨਾਮ ਦਾ। ਗੋਇਲ ਆਇਆ ਗੋਇਲੀ, ਕਿਆਸ ਡੰਪ ਪਸਾਰਾ, ਜਾਗੋ ਜਾਗੋ ਸੂਤੇ ਹੋ ਚਲਿਆ ਵਣਜਾਰਾ। ਪਰ ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ, ਇਹ ਜੀਵ ਸੰਸਾਰ ਤੇ ਨਾਮ ਦਾ ਵਣਜ ਕਰਨ ਆਇਆ ਸੀ ਤੇ ਉਹ ਵਣਜ ਨੂੰ ਕਰ ਨਹੀਂ ਸਕਿਆ ਤੇ ਸੰਸਾਰ ਤੋਂ ਕੂਚ ਕਰ ਗਿਆ ਹੈ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ? ਮਨਮੁਖ ਆਵਹੇ ਮਨਮੁਖ ਜਾਹੇ, ਜਿਤਨੇ ਨਰਕ ਸੇ ਮਨਮੁਖ ਭੋਗਹਿ, ਗੁਰਮੁਖ ਲੇਪ ਨਾ ਮਾਸਾਹੇ। ਸਨਾਤਨ ਮਤ ਦੇ ਵਿਦਵਾਨਾਂ ਨੇ 18 ਕੋੜੀ ਨਰਕ ਮੰਨੇ ਨੇ। ਜਿਹੜਾ ਬੰਦਾ ਧਰਮ ਤੋਂ ਵੇਮੁਖ ਹੋ ਜਾਂਦਾ ਹੈ, ਨਾਮ ਤੋਂ ਵੇਮੁਖ ਹੋ ਜਾਂਦਾ ਹੈ, 10 ਅਸ਼ਟ ਨਰਕ ਕੁਸ਼ਟਨ ਵੇਖੇ, ਧਰਮ ਵਿਮੁਖ ਨਰ ਨੀਤ ਗਮ। ਜਿਹੜਾ ਬੰਦਾ ਧਰਮ ਤੋਂ ਵੇਮੁਖ ਹੋ ਗਿਆ, ਨਾਮ ਤੋਂ ਵੇਮੁਖ ਹੋ ਗਿਆ, ਕਿਉਂਕਿ ਧਰਮ ਤੇ ਸਾਰੀ ਖਿੜ ਖਲੋਤੀ ਹੈ। ਜੇ ਇਸਲਾਮ ਧਰਮ ਦਾ ਬੰਦਾ 5 ਵਕਤ ਦੀ ਨਮਾਜ਼ ਨਹੀਂ ਪੜ੍ਹਦਾ, ਉਹ ਧਰਮ ਤੋਂ ਵੇਮੁਖ ਹੈ। ਧਰਮ ਤੋਂ ਵੇਮੁਖ ਹੋ ਗਿਆ ਤੇ ਅੱਲਾਹ ਵੱਲੋਂ ਵੇਮੁਖ ਹੋ ਗਿਆ। ਸਿੱਖ ਧਰਮ ਦੇ ਅੰਦਰ ਜੇ ਮਨੁੱਖ 5 ਬਾਣੀਆਂ ਦਾ ਪਾਠ ਨਹੀਂ ਕਰਦਾ, ਸ਼ਾਮ ਨੂੰ ਰਹਿਰਾਸ ਤੇ ਕੀਰਤਨ ਸੋਲੇ ਦਾ ਪਾਠ ਨਹੀਂ ਕਰਦਾ, ਤੇ ਧਰਮ ਤੋਂ ਵੇਮੁਖ ਤੇ ਬਾਣੀ ਤੋਂ ਤੇ ਹੋਣਾ ਹੀ ਹੋਣਾ। ਤੇ ਗਰੀਬ ਨਵਾਜ ਕਹਿੰਦੇ ਜਿਹੜੇ ਵੇਮੁਖ ਹੋ ਜਾਂਦੇ ਨੇ ਨਾ, ਉਹਨਾਂ ਨੂੰ ਕਿਤੇ ਢੋਈ ਨਹੀਂ ਮਿਲਦੀ। ਪਰ ਜੇ ਫਿਰ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏ ਤੇ ਗੁਰੂ ਦਾ ਸੁਭਾਅ ਹੈ ਉਹਦੇ ਗੁਨਾਹਾਂ ਨੂੰ ਬਖਸ਼ ਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਣੀ ਆਪਾਂ ਨਿਤ ਪੜ੍ਹਦੇ ਆਨੰਦ ਸਾਹਿਬ ਦੀ, ਤੇ ਮਹਾਰਾਜ ਕਿਰਪਾ ਕਰਦੇ ਨੇ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥੈ, ਕੋਈ ਪੁੱਛੋ ਬਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਕਹਿੰਦੇ ਸੰਸਾਰ ਅੰਦਰ ਬਹੁਤ ਵੱਡੇ ਤੋਂ ਵੱਡੇ ਵਿਦਵਾਨ ਬੈਠੇ ਨੇ, ਵਿਵੇਕੀਆ ਨਾਮ ਹੁੰਦਾ ਹੈ ਗਿਆਨਵਾਨਾਂ ਦਾ। ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਭਾਈ ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਤੋਂ ਬਿਨਾਂ ਧਿਆਨ ਨਹੀਂ, ਗੁਰੂ ਤੋਂ ਬਿਨਾਂ ਸੁੱਖ ਨਹੀਂ, ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਭੱਟਾਂ ਨੂੰ ਪੁੱਛ ਲਈਏ, 4 ਵੇਦਾਂ ਨੂੰ ਸਰਾਫ ਹੋਇਆ, ਇੱਕ ਵੇਦ ਦੇ 4 ਭੱਟ ਬਣੇ ਤੇ 17ਵਾਂ ਜਿਹੜਾ ਭੱਟ ਸੀ ਉਹ ਬ੍ਰਹਮਾ ਦਾ ਅਵਤਾਰ ਸੀ।
ਇਸ ਭੱਟ ਦਾ ਨਾਮ ਹੈ ਭਿੱਖਾ। ਭੱਟ ਸਾਹਿਬਾਨ ਕਹਿੰਦੇ, ਦੁਨੀਆ ਦੇ ਲੋਕੋ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਤੇ ਮਹਾਰਾਜ ਸਾਹਿਬ ਕਹਿੰਦੇ, ਪਰਮੇਸ਼ਰ ਤੇ ਭੁੱਲਿਆ, ਜਿਹੜੇ ਪਰਮੇਸ਼ਰ ਨੂੰ ਭੁੱਲ ਗਏ, ਨਾਮ ਨੂੰ ਭੁੱਲ ਗਏ, ਆਪਣੇ ਧਰਮ ਨੂੰ ਭੁੱਲ ਗਏ, ਵਿਆਪਨ ਸਭੇ ਰੋਗ, ਦੁਨੀਆ ਦੇ ਸਾਰੇ ਰੋਗ ਭਾਈ ਉਹਨੂੰ ਆਣ ਕੇ ਚਿੰਬੜ ਜਾਂਦੇ ਹਨ। ਵੇਮੁਖ ਹੋਏ ਰਾਮ ਤੇ। ਫਿਰ ਗਰੀਬ ਨਵਾਜ ਕਹਿੰਦੇ, ਜਿਹੜੇ ਵੇਮੁਖ ਹੋ ਗਏ, ਰਾਮ ਨਾਮ ਜੋ ਰਮਾ ਹੋਇਆ ਵਾਹਿਗੁਰੂ ਹੈ, ਪਰਮੇਸ਼ਰ ਹੈ, ਪਰਮੇਸ਼ਰ ਤੋਂ ਹੀ ਵਿਮੁਖ ਜਿਹੜੇ ਹੋ ਜਾਂਦੇ ਹਨ। ਲਗਨ ਜਨਮ ਵਿਜੋਗ। ਫਿਰ ਗਰੀਬ ਨਵਾਜ ਕਹਿੰਦੇ, ਉਹਨਾਂ ਨੂੰ ਭਾਈ ਜਨਮ ਜਨਮਾਂਤਰਾਂ ਦੇ ਵਿਜੋਗ ਨਾਮ ਹੁੰਦਾ ਹੈ ਦੁੱਖ ਦਾ, ਵਿਛੋੜੇ ਦਾ। ਫਿਰ ਉਹਨਾਂ ਪ੍ਰਾਣੀਆਂ ਨੂੰ ਜਨਮ ਜਨਮਾਂਤਰਾਂ ਦਾ ਜਿਹੜਾ ਸਾਧ ਸੰਗਤ ਜੀ ਵਿਛੋੜਾ ਹੈ ਨਾ, ਉਹ ਪੈ ਜਾਂਦਾ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਹੈਬਰ ਬ੍ਰਿਖ ਜੋਇਓ। ਕਈ ਜਨਮਾਂ ਦੇ ਅੰਦਰ ਤੈਨੂੰ ਕੀੜੇ ਮਕੌੜੇ ਬਣਨਾ ਪਿਆ, ਹਾਥੀ ਘੋੜੇ ਬਣਨਾ ਪਿਆ। ਮਿਲ ਜਗਦੇਸ਼ ਮਿਲਣ ਕੀ ਬਰੀਆ, ਇਹ ਤੈਨੂੰ ਮਨੁੱਖਾ ਸਰੀਰ ਮਿਲਿਆ ਹੈ ਕਿਸ ਵਾਸਤੇ? ਵਾਹਿਗੁਰੂ ਨੂੰ ਯਾਦ ਕਰਨ ਵਾਸਤੇ। ਪਰ ਜੇਕਰ ਕਿ ਤੂੰ ਨਾਮ ਤੋਂ ਵੀ ਵਿਮੁਖ ਹੋ ਗਿਆ, ਲੱਗਣ ਜਨਮ ਵਿਜੋਗ, ਫਿਰ ਤੈਨੂੰ 84 ਦਾ ਗੇੜ ਮਿਲ ਜਾਵੇਗਾ। ਤੇ ਮਹਾਰਾਜ ਸਾਹਿਬ ਕਹਿੰਦੇ, ਇਸ ਪੌੜੇ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏ ਦਾ। ਮਨੁੱਖਾ ਦੇ ਰੂਪੀ ਪੌੜੀ ਤੋਂ ਜਿਹੜੇ ਪ੍ਰਾਣੀ ਇੱਕ ਵਾਰ ਚੁੱਕ ਜਾਂਦੇ ਨੇ ਨਾ, ਉਹ ਵਾਰ-ਵਾਰ ਜਨਮ ਲੈਂਦੇ ਨੇ, ਵਾਰ-ਵਾਰ ਉਹਨਾਂ ਦੀ ਮੌਤ ਹੁੰਦੀ ਹੈ। ਲੱਗਣ ਜਨਮ ਵਿਜੋਗ, ਫਿਰ ਮਹਾਰਾਜ ਕਹਿੰਦੇ ਜਨਮ ਜਨਮਾਂਤਰਾਂ ਦਾ ਜਿਹੜਾ ਦੁੱਖ ਹੈ ਭਾਈ ਲੱਗ ਜਾਂਦਾ ਹੈ। ਛਿਨ ਮਹਿ ਕੌੜੇ ਹੋਏ ਗਏ। ਫਿਰ ਗਰੀਬ ਨਵਾਜ ਕਹਿੰਦੇ, ਭਾਈ ਜਿਹੜੇ ਸੰਸਾਰ ਦੇ ਪਦਾਰਥ ਸਨ, ਵਿਸ਼ੇ ਵਿਕਾਰ ਸਨ, ਖਿਨਮੈ ਕੌੜੇ ਹੋਏ ਗਏ। ਜਿਤੜੇ ਮਾਇਆ ਭੋਗ, ਜਿਤੜੇ ਨਾਮ ਹੈ, ਜਿੰਨੇ ਵੀ ਮਾਇਆ ਦੇ ਭੋਗ ਨਾਮ ਪਦਾਰਥ ਸਨ, ਮਾਇਆ ਦੇ ਸੁਖ ਸਨ, ਗਰੀਬ ਨਵਾਜ ਕਹਿੰਦੇ ਇੱਕ ਛਿਨ ਅੰਦਰ ਉਹ ਕਹਿੰਦੇ ਕੁੜਤਨ ਦੇ ਵਾਂਗ ਹੋ ਗਏ, ਕੌੜੇ ਹੋ ਗਏ। ਇੱਕ ਸਮਾਂ ਸੀ, ਸਿਕੰਦਰ ਬਾਦਸ਼ਾਹ ਦਾ ਰਾਜ ਭਾਗ ਹੈ। ਇਤਿਹਾਸ ਨੂੰ ਪੜ੍ਹੀਏ, ਬਹੁਤ ਵੱਡਾ ਰਾਜ ਸੀ। ਦੁਨੀਆ ਅੰਦਰ ਉਸਨੇ ਰਾਜ ਕੀਤਾ, ਸੋਨਾ ਲੁੱਟਿਆ, ਚਾਂਦੀ ਲੁੱਟੀ, ਮਾਇਆ ਲੁੱਟੀ। ਪਰ ਜਿਸ ਦਿਨ ਸਮਾਂ ਨੇੜੇ ਆਇਆ, ਬਾਦਸ਼ਾਹ ਨੇ ਸਭ ਤੋਂ ਪਹਿਲਾਂ ਆਪਣੇ ਜਿਹੜੇ ਵੈਦ ਸੀ ਉਹ ਸੱਦੇ ਨੇ। ਕਹਿਣ ਲੱਗਾ, ਮੈਂ ਦੁਨੀਆ ਤੋਂ ਜਾਂਦਾ ਪਿਆ ਹਾਂ, ਮੈਨੂੰ ਐਸੀ ਔਸ਼ਧੀ ਦਿਓ, ਦਵਾਈ ਦਿਓ, ਮੇਰੀ ਮੌਤ ਨਾ ਹੋਵੇ। ਉਹਨਾਂ ਵੈਦਾਂ ਦੀਆਂ ਨੀਵੀਆਂ ਪੈ ਗਈਆਂ। ਫਿਰ ਆਪਣੇ ਸਲਾਹਕਾਰ ਸੱਦੇ ਨੇ। ਕਹਿਣ ਲੱਗਾ, ਮੈਂ ਹਰੇਕ ਮੁਹਿੰਮ ਤੋਂ ਪਹਿਲਾਂ ਤੁਹਾਡੀ ਸਲਾਹ ਲਈ, ਜੰਗ ਫਤਿਹ ਕੀਤੀ। ਅੱਜ ਮੈਂ ਦੁਨੀਆ ਤੋਂ ਜਾ ਰਿਹਾ ਹਾਂ, ਅੱਜ ਮੇਰੀ ਦੁਨੀਆ ਦੀ ਜੰਗ ਖਤਮ ਹੁੰਦੀ ਪਈ ਹੈ, ਐਸੀ ਮੈਨੂੰ ਸਲਾਹ ਦਿਓ ਮੇਰੀ ਮੌਤ ਨਾ ਹੋਵੇ। ਸਲਾਹਕਾਰਾਂ ਦੀ ਨੀਵੀਂ ਪੈ ਗਈ। ਆਪਣੀਆਂ ਬੇਗਮਾਂ ਸਦੀਆਂ ਕਿ ਤੁਹਾਨੂੰ ਖੁਸ਼ ਕਰਨ ਵਾਸਤੇ ਮੈਂ ਸੋਨਾ ਲੁੱਟਿਆ, ਚਾਂਦੀ ਲੁੱਟੀ, ਮਾਇਆ ਲੁੱਟੀ। ਅੱਜ ਮੈਂ ਦੁਨੀਆ ਤੋਂ ਜਾਂਦਾ ਪਿਆ, ਤੁਹਾਡੇ ਵਿੱਚੋਂ ਕੋਈ ਮਰਨ ਨੂੰ ਤਿਆਰ ਹੈ। ਉਹਨਾਂ ਦੀਆਂ ਨੀਵੀਆਂ ਪੈ ਗਈਆਂ। ਕਹਿੰਦੇ ਸਿਕੰਦਰ ਬਾਦਸ਼ਾਹ ਦੇ ਅੱਖਾਂ ਵਿੱਚੋਂ ਅਥਰੂ ਆ ਗਏ। ਕਹਿਣ ਲੱਗਾ, ਸੋਨੇ ਦੀਆਂ ਮੋਹਰਾਂ ਲੈ ਕੇ ਆਓ। ਸੋਨੇ ਦੀਆਂ ਮੋਹਰਾਂ ਆ ਗਈਆਂ, ਆਪਣੀ ਛਾਤੀ ਤੇ ਰੱਖੀਆਂ, ਮੁੱਠੀਆਂ ਅੰਦਰ ਮੋਹਰਾਂ ਲਈਆਂ, ਆਸਮਾਨ ਵੱਲ ਨੂੰ ਸੁੱਟੀਆਂ ਕਿ ਇਹਨਾਂ ਮੋਹਰਾਂ ਵਾਸਤੇ ਪਾਪ ਕੀਤੇ, ਮਾਇਆ ਵਾਸਤੇ ਪਾਪ ਕੀਤੇ। ਅੱਜ ਮੈਂ ਦੁਨੀਆ ਤੋਂ ਜਾਣ ਲੱਗਾ, ਕਿਸੇ ਮੇਰੇ ਸਹਾਇਤਾ ਨਹੀਂ ਕੀਤੀ, ਨਾ ਇਸ ਮਾਇਆ ਨੇ, ਨਾ ਸਲਾਹਕਾਰਾਂ ਨੇ, ਨਾ ਫੌਜਾਂ ਨੇ, ਨਾ ਵੈਦਾਂ ਨੇ, ਨਾ ਬੇਗਮਾਂ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੀ ਵਿੱਚ ਲਿਖਦੇ ਨੇ, ਪੀਰ ਔ ਪੈਗੰਬਰ ਕੀਤੇ, ਗਨੇ ਨਾ ਪਰਤ ਏਤੇ, ਭੂਮਿ ਹੀ ਤੇ ਹੋਏ ਕੈ ਫਿਰ ਭੂਮਿ ਹੀ ਮਿਲਾਏ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਲਿਖਦੇ ਨੇ, ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੌਸਲੋ ਚਲਤ ਹੈ। ਬਹੁਤ ਲੰਮਾ
ਸਮਾਂ ਆਪਣੇ ਸਿਸ ਦੇ ਉੱਪਰ ਸੋਨੇ ਦੇ ਛਤਰ ਚਲਾਉਣ ਵਾਲੇ ਵੀ ਮਿੱਟੀ ਦੇ ਵਿੱਚ ਖਾਕ ਹੋ ਗਏ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਜਿੰਨੇ ਮਾਇਆ ਦੇ ਪਾਈ ਪਦਾਰਥ ਨੇ ਇੱਕ ਛਿਨ ਅੰਦਰ ਇਹ ਕੌੜੇ ਹੋ ਜਾਣੇ ਹਨ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਹੋ ਰੋਵਹਿ ਰੋਜ਼। ਵਿੱਚ ਨਾਮ ਹੁੰਦਾ ਹੈ ਸਾਧ ਸੰਗਤ ਜੀ ਵਕੀਲੀ ਦਾ, ਵਿਚੋਲਗੀ ਦਾ, ਸਿਫਾਰਿਸ਼ ਦਾ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਜਦੋਂ ਤੂੰ ਸੰਸਾਰ ਤੋਂ ਜਾਵੇਂਗਾ ਨਾ, ਤੇਰੀ ਕਿਸੇ ਨੇ ਸਿਫਾਰਿਸ਼ ਨਹੀਂ ਕਰਨੀ, ਤੇਰਾ ਵਕੀਲ ਕਿਸੇ ਨੇ ਨਹੀਂ ਬਣਨਾ। ਕਿਸ ਥੈ ਰੋਵੈ ਰੋਜ਼, ਰੋਜ਼ ਨਾਮ ਰੋਜ਼ਾਨਾ। ਕਿਸ ਦੇ ਅੱਗੇ ਜਾ ਕਰਕੇ ਆਪਣੇ ਦੁੱਖ ਨੂੰ ਰੋਵੇਂਗਾ, ਕਿਉਂਕਿ ਮਹਾਰਾਜ ਜੀ ਦੇ ਘਰ ਦੇ ਵਿਚੋਲੇ ਕੌਣ ਨੇ? ਜਿਹੜੇ ਨਾਮ ਜਪਣ ਵਾਲੇ ਗੁਰਸਿੱਖ ਨੇ, ਸਾਧੂ ਨੇ, ਮਹਾਤਮਾ ਨੇ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੇ ਪਰਮੇਸ਼ਰ ਦੇ ਘਰ ਦੇ ਬਾਰੇ ਪੁੱਛਣਾ ਹੋਵੇ, ਪਰਮੇਸ਼ਰ ਨਾਲ ਮਿਲਾਪ ਕਰਨਾ ਹੋਵੇ ਤੇ ਕਿਹਨੂੰ ਮਿਲਣਾ ਕਰੀਏ? ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤਾਂ ਦੀ ਸੰਗਤ ਕਰ, ਉਹ ਤੇਰੇ ਤੇ ਰਹਿਮਤ ਕਰਨਗੇ। ਮੈਨੂੰ ਇੱਕ ਵਿਦਵਾਨ ਦੇ ਬੋਲ ਚੇਤੇ ਆ ਗਏ, ਬੜਾ ਸੁੰਦਰ ਲਿਖਿਆ ਉਸਨੇ। ਉਹ ਲਿਖਦਾ ਹੈ ਰਾਮ ਮਇਆ ਸਤਿਗੁਰ ਦਇਆ, ਸਾਧ ਸੰਗ ਜਬ ਹੋਏ ਤਬ ਪ੍ਰਾਨੀ ਜਾਣੈ ਕਛੂ ਰਹਿਓ ਵਿਖੇ ਰਸ ਪੋਏ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸਾਧੂ ਦੀ ਸੰਗਤ ਮਿਲ ਜਾਂਦੀ ਹੈ, ਉਦੋਂ ਫਿਰ ਪ੍ਰਾਣੀ ਨੂੰ ਪਤਾ ਲੱਗ ਜਾਂਦਾ ਹੈ ਨਹੀਂ ਭਾਈ ਇਹ ਸੰਸਾਰ ਅੰਦਰ ਜਿਹੜੇ ਸੁੱਖ ਨੇ ਝੂਠੇ ਨੇ। ਅਸਲ ਜਿਹੜਾ ਸੁੱਖ ਹੈ ਗੁਰੂ ਕੀ ਸੰਗਤ ਵਿੱਚ ਹੈ, ਨਾਮ ਦੇ ਵਿੱਚ ਹੈ, ਭਗਤੀ ਦੇ ਵਿੱਚ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਵਾਹਿਗੁਰੂ ਤੋਂ ਬਿਨਾਂ ਤੇਰੀ ਕਿਸੇ ਨੇ ਸਿਫਾਰਿਸ਼ ਨਹੀਂ ਕਰਨੀ ਹੈ। ਕਿਹਦੇ ਅੱਗੇ ਜਾ ਕੇ ਰੋਜ਼ ਰੋਵੇਂਗਾ? ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਣੀ ਅੰਦਰ ਕੋਈ ਭਾਈ ਪ੍ਰਾਣੀ ਦੀ ਵਸ ਨਹੀਂ ਚੱਲਦਾ ਹੈ। ਜੋ ਇਹਦੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਨਾ, ਕੀਤਾ ਕਿਛੂ ਨਾ ਹੋਵਈ, ਇਹਦਾ ਕੀਤਾ ਹੋਇਆ ਕੁਛ ਨਹੀਂ ਹੋਣਾ ਹੈ। ਲਿਖਿਆ ਤੁਰ ਸੰਜੋਗ। ਜੋ ਵੀ ਪ੍ਰਾਣੀ ਗੁਰਸਿੱਖ ਮਾਈ ਪਾਈ, ਜੋ ਵੀ ਜੀਵ ਸੰਸਾਰ ਤੇ ਆਉਂਦਾ ਹੈ, ਉਹਦੇ ਲੇਖ ਪਰਮਾਤਮਾ ਆਪ ਲਿਖਦਾ ਹੈ। ਉਹਨਾਂ ਲੇਖਾਂ ਦੇ ਅਨੁਸਾਰ ਦੁਨੀਆ ਅੰਦਰ ਸੁੱਖ ਭੋਗਦਾ ਹੈ, ਕੋਈ ਦੁੱਖ ਭੋਗਦਾ ਹੈ, ਕੋਈ ਰਾਜ ਭਾਗ ਭੋਗਦਾ ਹੈ। ਤੇ ਮਹਾਰਾਜ ਕਹਿੰਦੇ ਸਾਰੀ ਕਰਮਾਂ ਦੀ ਖੇਡ ਹੈ। ਤੇ ਗਰੀਬ ਨਵਾਜ ਜੀ ਦੇ ਬਚਨ ਨੇ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਸੰਗ ਨਾਮ ਭਲੀ ਪ੍ਰਕਾਰ, ਜੋਗ ਨਾਮ ਹੁੰਦਾ ਹੈ ਜੁੜਨ ਦਾ। ਜੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤੇ ਜੀ ਭਲੀ ਪ੍ਰਕਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਵੀ ਜੁੜ ਜਾਂਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੈ, ਤਾ ਉਤਰਹਿ ਸਭ ਵਿਯੋਗ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਅੰਦਰ ਬੇਨਤੀ ਕੀਤੀ, ਮਹਾਰਾਜ ਇਹ ਦੁਨੀਆ ਦਾ ਜਿਹੜਾ ਦੁੱਖ ਹੈ ਕਿਵੇਂ ਦੂਰ ਹੋਵੇ? ਤੇ ਮਹਾਰਾਜ ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲੈ। ਪ੍ਰਭ ਨਾਮ ਪ੍ਰਭੂ ਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਹੈ। ਜਿਨ੍ਹਾਂ ਗੁਰਸਿੱਖਾਂ ਦੇ ਵੱਡੇ ਭਾਗ ਹੁੰਦੇ ਨੇ ਨਾ, ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਬਾਣੀ ਨਿਤ ਪੜ੍ਹਦੇ ਆ। ਸਾਰਿਆਂ ਤੋਂ ਵੱਡੇ ਭਾਗ ਗੁਰੂ ਕੀ ਸੰਗਤ ਦੇ ਨੇ, ਗੁਰੂ ਕੇ ਸਿੱਖਾਂ ਦੇ ਨੇ ਜੋ ਬਾਣੀ ਪੜ੍ਹਦੇ ਨੇ। ਫਿਰ ਮਹਾਰਾਜ ਸਾਹਿਬ ਜੀ ਲਿਖਦੇ ਨੇ ਵੱਡੇ ਭਾਗ ਭੇਟੈ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਭਾਈ ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਦਾਤ ਮਿਲਦੀ ਹੈ। ਜਦੋਂ ਗੁਰੂ ਦੀ ਦਾਤ ਮਿਲ ਜਾਵੇ ਕਰੋੜਾਂ ਪਾਪ ਜਿਹੜੇ ਨੇ ਕੱਟੇ ਜਾਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਗੁਰੂ ਦੇ ਅੰਦਰ ਐਡੀ ਵੱਡੀ ਕਲਾ ਹੈ, ਐਡੀ ਵੱਡੀ ਸ਼ਕਤੀ ਹੈ ਕਿ ਗੁਰੂ ਨੂੰ ਮਿਲਣ ਕਰਕੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਉਸੇ ਹੀ ਪ੍ਰਕਾਸ਼ ਕਰਕੇ ਜੀਵ ਨੂੰ ਇੰਨੀ ਸੋਝੀ ਹੋ ਜਾਂਦੀ ਹੈ ਕਿ ਦੁਨੀਆ ਦੇ ਲੋਕ ਉਹਨਾਂ ਦੇ ਸਦਰਸ਼ ਨਹੀਂ ਪਹੁੰਚ ਸਕਦੇ ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦਾ ਗਿਆਨ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲੈ। ਭਾਈ ਵੱਡਿਆਂ ਭਾਗਾਂ ਕਰਕੇ ਉਸ ਅਕਾਲ ਪੁਰਖ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਮਿਲ ਜਾਂਦਾ ਹੈ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਉਦੋਂ ਗੁਰੂ ਕੇ ਸਿੱਖ ਦਾ ਤਨ ਵੀ ਮਨ ਵੀ ਜਿਹੜਾ ਹੈ ਬਹੁਤ ਸ਼ਾਂਤ ਤੇ ਠੰਡਾ ਹੋ ਜਾਂਦਾ ਹੈ। ਉਤਰੇ ਸਭ ਵਿਯੋਗ, ਵਿਯੋਗ ਨਾਮ ਹੁੰਦਾ ਹੈ ਦੁੱਖਾਂ ਦਾ, ਵਿਯੋਗ ਨਾਮ ਵਿਛੋੜੇ ਦਾ। ਗੁਰੂ ਨੂੰ ਮਿਲਣ ਕਰਕੇ ਜਨਮ ਜਨਮਾਂਤਰਾਂ ਦੇ ਵਿਛੋੜੇ ਦੁੱਖ ਪਾਪ ਜਿਹੜੇ ਨੇ ਭਾਈ ਉਤਰ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਨਾਨਕ ਕਉ ਪ੍ਰਭ ਰਾਖ ਲੇਹੇ, ਮੇਰੇ ਸਾਹਿਬ ਬੰਦੀ ਮੋਚ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਅੰਦਰ ਬੇਨਤੀਆਂ ਕਰ ਕਿ ਇਹ ਮੇਰੇ ਮਾਲਕ ਜੀ
ਮੇਰੇ ਆਪ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹਾਂ। ਰਾਖ ਲੇਹ ਮੈਨੂੰ ਮਹਾਰਾਜ ਰੱਖ ਲੈਣਾ ਕਰੋ। ਰੱਖੇ ਰਖਨਹਾਰ ਆਪ ਉਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਹੋਆ ਆਪ ਦਇਆਲ ਮਨਹੁ ਨਾ ਵਿਸਾਰਿਆਨ, ਸਾਧ ਜਨਾ ਕੈ ਸੰਗ ਭਵਜਲ ਤਾਰਿਆਨ। ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਨਾਨਕ ਕੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਆਪ ਜੀ ਮੇਰੇ ਮਾਲਕ ਹੋ। ਫਿਰ ਮਹਾਰਾਜ ਆਪ ਜੀ ਸਾਰੇ ਬੰਧਨਾਂ ਤੋਂ ਛੁਡਾਉਣ ਵਾਲੇ ਹੋ। ਮੋਚ ਨਾਮ ਹੈ ਨਾਸ ਦਾ, ਮੋਚ ਨਾਮ ਛਡਾਉਣ ਦਾ ਹੈ। ਆਪ ਜੀ ਨੇ 6ਵੇਂ ਜਾਮੇ ਦੇ ਅੰਦਰ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਜਿਹੜੇ ਰਾਜਪੂਤ ਰਾਜੇ ਸਨ ਉਹਨਾਂ ਨੂੰ ਮਹਾਰਾਜ ਆਪ ਜੀ ਨੇ ਛਡਾਉਣਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜ਼ਾਬਰ ਕਿਹਾ, ਉਹਦੀ ਕੈਦ ਦੇ ਅੰਦਰੋਂ ਕੈਦੀਆਂ ਨੂੰ ਛਡਾਉਣਾ ਕੀਤਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਆਪਣੇ ਪਿਆਰਿਆਂ ਦੇ ਬੰਧਨਾਂ ਨੂੰ ਛਡਾਉਣ ਵਾਲੇ ਹੋ, ਬੰਧਨਾਂ ਨੂੰ ਨਾਸ਼ ਕਰਨ ਵਾਲੇ ਹੋ। ਮਹਾਰਾਜ ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਰਾਖ ਲੇਹ ਆਪ ਜੀ ਮੈਨੂੰ ਰੱਖ ਲੈਣਾ ਕਰੋ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਮਾਪਤੀ ਕਰਦਿਆਂ ਬਖਸ਼ਿਸ਼ ਕਰਦੇ ਨੇ ਕਿ ਕਤਕ ਹੋਵੈ ਸਾਧ ਸੰਗ। ਭਾਈ ਜਿਹੜੇ ਜੀਵ ਕਤਕ ਦੇ ਮਹੀਨੇ ਅੰਦਰ ਸਾਧੂਆਂ ਦੀ ਸੰਗਤ ਕਰਦੇ ਨੇ, ਹੁਣ ਸਾਧੂ ਕਿਹੜੇ ਨੇ? ਗੁਰਬਾਣੀ ਦੇ ਅੰਦਰ ਸਾਧੂ ਦਾ ਬੜਾ ਸਤਿਕਾਰ ਕੀਤਾ ਗਿਆ ਹੈ। ਸਾਧੂ ਉਹ ਜਿਨ੍ਹਾਂ ਨਾ ਵਿਸਰੈ ਨਾਮ, ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਸਨਾਤਨ ਮਤ ਦੇ ਵਿਦਵਾਨਾਂ ਨੇ ਗ੍ਰੰਥ ਲਿਖੇ ਸੰਸਕ੍ਰਿਤ ਦੇ ਅੰਦਰ, ਉਹਨਾਂ ਨੇ ਸਾਧੂਆਂ ਦੇ ਗੁਣਾਂ ਦਾ ਜ਼ਿਕਰ ਕੀਤਾ ਹੈ ਕਿ ਅਸਲ ਸਾਧੂ ਕਿਹੜਾ ਹੈ। ਇਹ ਨਹੀਂ ਕਿ ਅਮੀਰ ਕਿਸੇ ਨੇ ਆਉਣਾ ਤੇ ਕੁੰਡੀ ਖੁੱਲ ਜਾਣੀ, ਗਰੀਬ ਨੇ ਆਉਣਾ ਤੇ ਬਾਬਾ ਜੀ ਅੰਦਰ ਆਰਾਮ ਕਰਦੇ ਪਏ ਨੇ। ਉਹ ਵਿਦਵਾਨ ਲਿਖਦਾ ਹੈ, ਸਾਧ ਵਹੀ ਜਗ ਜਾਨੀਐ ਜਹ ਨਹੀਂ ਉਪਾਦ ਮਨ। ਅਸਲ ਸਾਧੂ ਉਹ ਹੈ ਜਿਹਦੇ ਮਨ ਦੇ ਅੰਦਰ ਕੋਈ ਈਰਖਾ ਨਹੀਂ, ਕੋਈ ਦਵੈਸ਼ ਨਹੀਂ, ਕੋਈ ਉਪਾਧੀ ਨਹੀਂ, ਆਦੀ ਨਹੀਂ, ਵਿਆਧੀ ਨਹੀਂ, ਇਹਨਾਂ ਚੀਜ਼ਾਂ ਤੋਂ ਜਿਹੜਾ ਰਹਿਤ ਹੈ। ਅਸਲ ਸਾਧੂ ਉਸ ਨੂੰ ਕਿਹਾ ਜਾਂਦਾ ਹੈ ਜਿਨੇ 5 ਵਿਕਾਰਾਂ ਨੂੰ ਜਿੱਤ ਲੈਣਾ ਕੀਤਾ ਹੈ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ, 8 ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਸੰਤ ਰਹਿਤ ਸੁਨੋ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨਾ ਜਾਈ। ਫਿਰ ਗਰੀਬ ਨਵਾਜ਼ ਕਹਿੰਦੇ, ਭਾਈ ਉਹਨਾਂ ਦੀ ਕੋਈ ਵਡਿਆਈ ਕਥਨ ਨਹੀਂ ਕਰ ਸਕਦਾ। ਉਹਨਾਂ ਵਿੱਚ ਗੁਣ ਹੁੰਦੇ ਨੇ। 8 ਪਹਿਰ ਪਰਮਾਤਮਾ ਨੂੰ ਅੰਗ ਸੰਗ ਸਮਝਦੇ ਨੇ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ। ਤੇ ਕਤਕ ਹੋਵੇ ਸਾਧ ਸੰਗ, ਮਹਾਰਾਜ ਕਹਿੰਦੇ ਕਤਕ ਦੇ ਮਹੀਨੇ ਅੰਦਰ ਐਸੇ ਸਾਧੂਆਂ ਦੀ ਜੇ ਸੰਗਤ ਮਿਲ ਜਾਵੇ। ਫਿਰ ਗਰੀਬ ਨਵਾਜ਼ ਕਹਿੰਦੇ, ਬਿਨਸੇ ਸਭੇ ਸੋਚ। ਸਾਰੀਆਂ ਜਿਹੜੀਆਂ ਸੋਚਾਂ ਨੇ, ਸਾਰੇ ਜਿਹੜੇ ਦੁੱਖ ਨੇ ਭਾਈ ਬਿਨਸੇ ਉਹ ਖਤਮ ਹੋ ਜਾਣਗੇ, ਨਾਸ ਹੋ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸੰਗਰਾਂਦ ਦੇ ਦਿਹਾੜੇ ਤੇ ਮਹਾਂਪੁਰਖਾਂ ਦੇ ਸਥਾਨਾਂ ਤੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਜਿਨ੍ਹਾਂ ਨੇ ਅਜੇ ਤੱਕ ਨਹੀਂ ਛਕਿਆ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਮੱਤ ਬਖਸ਼ਣੀ ਜੀ। ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਜੀ ਨੇ ਹਾਜ਼ਰੀ ਭਰਨੀ ਸੀ, ਪਰ ਕਿਸੇ ਜ਼ਰੂਰੀ ਰਜੇਵੇਂ ਕਰਕੇ ਉਹ ਨਹੀਂ ਆ ਸਕੇ। ਦਾਸ ਨੂੰ ਹੁਕਮ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਮੱਤ ਬਖਸ਼ਣੀ ਜੀ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੇ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ